ਮੇਰੇ ਨਾਲ ਇਸ ਵੇਲੇ ਬਠਿੰਡਾ ਦੇ ਐਸਐਸਪੀ ਗੁਰਨੀਤ ਖੁਰਾਨਾ ਜੁੜ ਚੁੱਕੇ ਨੇ। ਗੁਰਨੀਤ ਜੀ, ਕੀ ਇਨਸੀਡੈਂਟ ਕੀ ਹੈ ਤੁਹਾਡੇ ਕੋਲ, ਕੀ ਇਸ ਦੀ ਇਨਪੁਟ ਹੈ ਔਰ ਕੀ ਇਨਫੋਰਮੇਸ਼ਨ ਮਿਲੀ ਹੈ, ਕੀ ਡਿਵੈਲਪ ਹੋਇਆ ਜੀ? ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸਵੇਰੇ ਕੀ ਇੱਥੇ ਇੱਕ ਇਨਸੀਡੈਂਟ ਹੋਇਆ ਫਾਇਰਿੰਗ ਦਾ ਜੀ। ਤੇ ਆਪਾਂ ਆਰਮੀ ਅਥਾਰਟੀਜ਼ ਨਾਲ ਉਦੋਂ ਦੀ ਇਨ ਟੱਚ ਹੈਗੇ ਆ। ਸਾਡੀ ਇਨਵੈਸਟੀਗੇਸ਼ਨ ਟੀਮ ਜਿਹੜੀਆਂ ਹੈਗੀ ਉੱਥੇ ਪਹੁੰਚ ਗਈਆਂ ਨੇ ਜੀ। ਇਨ ਡੈਪਥ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਇਹਦੇ ਵਿੱਚ ਮੈਂ ਇੱਕ ਚੀਜ਼ ਕਲੈਰੀਫਾਈ ਕਰ ਦਵਾਂ ਕਿ ਦਿਸ ਇਜ਼ ਨਾਟ ਅ ਟੈਰਰਿਸਟ ਐਕਟ। ਜਿੰਨੀ ਕਿ ਇਨਫੋਰਮੇਸ਼ਨ ਜਿੰਨੀ ਕਿ ਇਨਵੈਸਟੀਗੇਸ਼ਨ ਹੁਣ ਤੱਕ ਹੋਈ ਹੈ, ਇਹ ਇੰਟਰਨਲ ਜਿਹੜਾ ਇਸ਼ੂ ਹੁੰਦਾ ਹੈਗਾ ਉਹਦੇ ਕਰਕੇ ਹੋਇਆ। ਇੰਟਰਨਲ ਸਰ ਪਤਾ ਲੱਗੇ ਕੀ ਕਾਰਨ ਹੋ ਸਕਦਾ? ਕਹਿੰਦੇ ਕੁਝ ਵੈਪਨ ਵੀ ਮਿਸਿੰਗ ਸੀਗੇ ਕੁਝ ਦਿਨ ਪਹਿਲਾਂ ਤੇ 28 ਕਾਰਟ੍ਰਿਜਸ ਵਗੈਰਾ, ਤਾਂ ਉਸ ਦੀ ਵੀ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਸੀ, ਇਹ ਵੀ ਡਿਵੈਲਪ ਹੋਇਆ ਸਰ ਨਾ? ਨਹੀਂ, ਇਹਦੇ ਬਾਰੇ ਹਜੇ ਸਾਨੂੰ ਇਨਫੋਰਮੇਸ਼ਨ ਕੋਈ ਨਹੀਂ ਆਈ ਹੈਗੀ ਹੈ। ਮੈਂ ਤੁਹਾਨੂੰ ਕਹਿ ਰਿਹਾ ਕਿ ਆਰਮੀ ਅਥਾਰਟੀਜ਼ ਨਾਲ ਆਪਾਂ ਇਨ ਟੱਚ ਹੈਗੇ ਆ। ਸਾਡੀ ਇਨਵੈਸਟੀਗੇਸ਼ਨ ਦੀ ਟੀਮ ਇਨਸਾਈਡ ਪਹੁੰਚ ਗਈਆਂ ਨੇ ਔਰ ਫਰਦਰ ਇਨਵੈਸਟੀਗੇਸ਼ਨ ਕੰਡਕਟ ਕੀਤੀ ਜਾ ਰਹੀ ਹੈ। ਜਿਹੜਾ ਪੁਆਇੰਟ ਫਲੈਗ ਆਊਟ ਕਰਨ ਵਾਲਾ ਹੈ ਕਿ ਦਿਸ ਇਜ਼ ਨਾਟ ਅ ਟੈਰਰਿਸਟ। ਇੰਟਰਨਲੀ ਤੁਸੀਂ ਕਹਿ ਰਹੇ ਹੋ ਕਿ ਕੋਈ ਇਸ਼ੂ ਹੈਗਾ ਹੈ? ਹਾਂਜੀ। ਉਹ ਸਿਚੁਏਸ਼ਨ ਸਰ ਕੋਈ ਆਸੇ-ਪਾਸੇ ਜਾਂ ਇਸ ਤਰੀਕੇ ਉਹਨਾਂ ਨੂੰ ਵੀ ਮੋਨੀਟਰ ਕੀਤਾ ਜਾ ਰਿਹਾ? ਐਵਰੀਥਿੰਗ ਇਜ਼ ਨਾਰਮਲ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਹੈ। ਠੀਕ ਹੈ ਨਾ ਜੀ? ਹਾਂਜੀ। ਥੈਂਕ ਯੂ ਸਰ, ਥੈਂਕ ਯੂ। ਮੇਰੇ ਨਾਲ ਇਸ ਵੇਲੇ ਬਠਿੰਡਾ ਦੇ ਐਸਐਸਪੀ ਗੁਰਨੀਤ ਖੁਰਾਨਾ ਜੁੜ ਚੁੱਕੇ ਨੇ। ਗੁਰਨੀਤ ਜੀ, ਕੀ ਇਨਸੀਡੈਂਟ ਕੀ ਹੈ ਤੁਹਾਡੇ ਕੋਲ, ਕੀ ਇਸ ਦੀ ਇਨਪੁਟ ਹੈ ਔਰ ਕੀ ਇਨਫੋਰਮੇਸ਼ਨ ਮਿਲੀ ਹੈ, ਕੀ ਡਿਵੈਲਪ ਹੋਇਆ ਜੀ? ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸਵੇਰੇ ਕੀ ਇੱਥੇ ਇੱਕ ਇਨਸੀਡੈਂਟ ਹੋਇਆ ਫਾਇਰਿੰਗ ਦਾ ਜੀ। ਤੇ ਆਪਾਂ ਆਰਮੀ ਅਥਾਰਟੀਜ਼ ਨਾਲ ਉਦੋਂ ਦੀ ਇਨ ਟੱਚ ਹੈਗੇ ਆ। ਸਾਡੀ ਇਨਵੈਸਟੀਗੇਸ਼ਨ ਟੀਮ ਜਿਹੜੀਆਂ ਹੈਗੀ ਉੱਥੇ ਪਹੁੰਚ ਗਈਆਂ ਨੇ ਜੀ। ਇਨ ਡੈਪਥ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਇਹਦੇ ਵਿੱਚ ਮੈਂ ਇੱਕ ਚੀਜ਼ ਕਲੈਰੀਫਾਈ ਕਰ ਦਵਾਂ ਕਿ ਦਿਸ ਇਜ਼ ਨਾਟ ਅ ਟੈਰਰਿਸਟ ਐਕਟ। ਜਿੰਨੀ ਕਿ ਇਨਫੋਰਮੇਸ਼ਨ ਜਿੰਨੀ ਕਿ ਇਨਵੈਸਟੀਗੇਸ਼ਨ ਹੁਣ ਤੱਕ ਹੋਈ ਹੈ, ਇਹ ਇੰਟਰਨਲ ਜਿਹੜਾ ਇਸ਼ੂ ਹੁੰਦਾ ਹੈਗਾ ਉਹਦੇ ਕਰਕੇ ਹੋਇਆ। ਇੰਟਰਨਲ ਸਰ ਪਤਾ ਲੱਗੇ ਕੀ ਕਾਰਨ ਹੋ ਸਕਦਾ? ਕਹਿੰਦੇ ਕੁਝ ਵੈਪਨ ਵੀ ਮਿਸਿੰਗ ਸੀਗੇ ਕੁਝ ਦਿਨ ਪਹਿਲਾਂ ਤੇ 28 ਕਾਰਟ੍ਰਿਜਸ ਵਗੈਰਾ, ਤਾਂ ਉਸ ਦੀ ਵੀ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਸੀ, ਇਹ ਵੀ ਡਿਵੈਲਪ ਹੋਇਆ ਸਰ ਨਾ? ਨਹੀਂ, ਇਹਦੇ ਬਾਰੇ ਹਜੇ ਸਾਨੂੰ ਇਨਫੋਰਮੇਸ਼ਨ ਕੋਈ ਨਹੀਂ ਆਈ ਹੈਗੀ ਹੈ। ਮੈਂ ਤੁਹਾਨੂੰ ਕਹਿ ਰਿਹਾ ਕਿ ਆਰਮੀ ਅਥਾਰਟੀਜ਼ ਨਾਲ ਆਪਾਂ ਇਨ ਟੱਚ ਹੈਗੇ ਆ। ਸਾਡੀ ਇਨਵੈਸਟੀਗੇਸ਼ਨ ਦੀ ਟੀਮ ਇਨਸਾਈਡ ਪਹੁੰਚ ਗਈਆਂ ਨੇ ਔਰ ਫਰਦਰ ਇਨਵੈਸਟੀਗੇਸ਼ਨ ਕੰਡਕਟ ਕੀਤੀ ਜਾ ਰਹੀ ਹੈ। ਜਿਹੜਾ ਪੁਆਇੰਟ ਫਲੈਗ ਆਊਟ ਕਰਨ ਵਾਲਾ ਹੈ ਕਿ ਦਿਸ ਇਜ਼ ਨਾਟ ਅ ਟੈਰਰਿਸਟ। ਇੰਟਰਨਲੀ ਤੁਸੀਂ ਕਹਿ ਰਹੇ ਹੋ ਕਿ ਕੋਈ ਇਸ਼ੂ ਹੈਗਾ ਹੈ? ਹਾਂਜੀ। ਉਹ ਸਿਚੁਏਸ਼ਨ ਸਰ ਕੋਈ ਆਸੇ-ਪਾਸੇ ਜਾਂ ਇਸ ਤਰੀਕੇ ਉਹਨਾਂ ਨੂੰ ਵੀ ਮੋਨੀਟਰ ਕੀਤਾ ਜਾ ਰਿਹਾ? ਐਵਰੀਥਿੰਗ ਇਜ਼ ਨਾਰਮਲ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਹੈ। ਠੀਕ ਹੈ ਨਾ ਜੀ? ਹਾਂਜੀ। ਥੈਂਕ ਯੂ ਸਰ, ਥੈਂਕ ਯੂ। ਮੇਰੇ ਨਾਲ ਇਸ ਵੇਲੇ ਬਠਿੰਡਾ ਦੇ ਐਸਐਸਪੀ ਗੁਰਨੀਤ ਖੁਰਾਨਾ ਜੁੜ ਚੁੱਕੇ ਨੇ। ਗੁਰਨੀਤ ਜੀ, ਕੀ ਇਨਸੀਡੈਂਟ ਕੀ ਹੈ ਤੁਹਾਡੇ ਕੋਲ, ਕੀ ਇਸ ਦੀ ਇਨਪੁਟ ਹੈ ਔਰ ਕੀ ਇਨਫੋਰਮੇਸ਼ਨ ਮਿਲੀ ਹੈ, ਕੀ ਡਿਵੈਲਪ ਹੋਇਆ ਜੀ? ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸਵੇਰੇ ਕੀ ਇੱਥੇ ਇੱਕ ਇਨਸੀਡੈਂਟ ਹੋਇਆ ਫਾਇਰਿੰਗ ਦਾ ਜੀ। ਤੇ ਆਪਾਂ ਆਰਮੀ ਅਥਾਰਟੀਜ਼ ਨਾਲ ਉਦੋਂ ਦੀ ਇਨ ਟੱਚ ਹੈਗੇ ਆ। ਸਾਡੀ ਇਨਵੈਸਟੀਗੇਸ਼ਨ ਟੀਮ ਜਿਹੜੀਆਂ ਹੈਗੀ ਉੱਥੇ ਪਹੁੰਚ ਗਈਆਂ ਨੇ ਜੀ। ਇਨ ਡੈਪਥ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਇਹਦੇ ਵਿੱਚ ਮੈਂ ਇੱਕ ਚੀਜ਼ ਕਲੈਰੀਫਾਈ ਕਰ ਦਵਾਂ ਕਿ ਦਿਸ ਇਜ਼ ਨਾਟ ਅ ਟੈਰਰਿਸਟ ਐਕਟ। ਜਿੰਨੀ ਕਿ ਇਨਫੋਰਮੇਸ਼ਨ ਜਿੰਨੀ ਕਿ ਇਨਵੈਸਟੀਗੇਸ਼ਨ ਹੁਣ ਤੱਕ ਹੋਈ ਹੈ, ਇਹ ਇੰਟਰਨਲ ਜਿਹੜਾ ਇਸ਼ੂ ਹੁੰਦਾ ਹੈਗਾ ਉਹਦੇ ਕਰਕੇ ਹੋਇਆ। ਮੇਰੇ ਨਾਲ ਇਸ ਵੇਲੇ ਬਠਿੰਡਾ ਦੇ ਐਸਐਸਪੀ ਗੁਰਨੀਤ ਖੁਰਾਨਾ ਜੁੜ ਚੁੱਕੇ ਨੇ। ਗੁਰਨੀਤ ਜੀ, ਕੀ ਇਨਸੀਡੈਂਟ ਕੀ ਹੈ ਤੁਹਾਡੇ ਕੋਲ, ਕੀ ਇਸ ਦੀ ਇਨਪੁਟ ਹੈ ਔਰ ਕੀ ਇਨਫੋਰਮੇਸ਼ਨ ਮਿਲੀ ਹੈ, ਕੀ ਡਿਵੈਲਪ ਹੋਇਆ ਜੀ? ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸਵੇਰੇ ਕੀ ਇੱਥੇ ਇੱਕ ਇਨਸੀਡੈਂਟ ਹੋਇਆ ਫਾਇਰਿੰਗ ਦਾ ਜੀ। ਤੇ ਆਪਾਂ ਆਰਮੀ ਅਥਾਰਟੀਜ਼ ਨਾਲ ਉਦੋਂ ਦੀ ਇਨ ਟੱਚ ਹੈਗੇ ਆ। ਸਾਡੀ ਇਨਵੈਸਟੀਗੇਸ਼ਨ ਟੀਮ ਜਿਹੜੀਆਂ ਹੈਗੀ ਉੱਥੇ ਪਹੁੰਚ ਗਈਆਂ ਨੇ ਜੀ। ਇਨ ਡੈਪਥ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਇਹਦੇ ਵਿੱਚ ਮੈਂ ਇੱਕ ਚੀਜ਼ ਕਲੈਰੀਫਾਈ ਕਰ ਦਵਾਂ ਕਿ ਦਿਸ ਇਜ਼ ਨਾਟ ਅ ਟੈਰਰਿਸਟ ਐਕਟ। ਜਿੰਨੀ ਕਿ ਇਨਫੋਰਮੇਸ਼ਨ ਜਿੰਨੀ ਕਿ ਇਨਵੈਸਟੀਗੇਸ਼ਨ ਹੁਣ ਤੱਕ ਹੋਈ ਹੈ, ਇਹ ਇੰਟਰਨਲ ਜਿਹੜਾ ਇਸ਼ੂ ਹੁੰਦਾ ਹੈਗਾ ਉਹਦੇ ਕਰਕੇ ਹੋਇਆ। ਇੰਟਰਨਲ ਸਰ ਪਤਾ ਲੱਗੇ ਕੀ ਕਾਰਨ ਹੋ ਸਕਦਾ? ਕਹਿੰਦੇ ਕੁਝ ਵੈਪਨ ਵੀ ਮਿਸਿੰਗ ਸੀਗੇ ਕੁਝ ਦਿਨ ਪਹਿਲਾਂ ਤੇ 28 ਕਾਰਟ੍ਰਿਜਸ ਵਗੈਰਾ, ਤਾਂ ਉਸ ਦੀ ਵੀ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਸੀ, ਇਹ ਵੀ ਡਿਵੈਲਪ ਹੋਇਆ ਸਰ ਨਾ? ਨਹੀਂ, ਇਹਦੇ ਬਾਰੇ ਹਜੇ ਸਾਨੂੰ ਇਨਫੋਰਮੇਸ਼ਨ ਕੋਈ ਨਹੀਂ ਆਈ ਹੈਗੀ ਹੈ। ਮੈਂ ਤੁਹਾਨੂੰ ਕਹਿ ਰਿਹਾ ਕਿ ਆਰਮੀ ਅਥਾਰਟੀਜ਼ ਨਾਲ ਆਪਾਂ ਇਨ ਟੱਚ ਹੈਗੇ ਆ। ਸਾਡੀ ਇਨਵੈਸਟੀਗੇਸ਼ਨ ਦੀ ਟੀਮ ਇਨਸਾਈਡ ਪਹੁੰਚ ਗਈਆਂ ਨੇ ਔਰ ਫਰਦਰ ਇਨਵੈਸਟੀਗੇਸ਼ਨ ਕੰਡਕਟ ਕੀਤੀ ਜਾ ਰਹੀ ਹੈ। ਜਿਹੜਾ ਪੁਆਇੰਟ ਫਲੈਗ ਆਊਟ ਕਰਨ ਵਾਲਾ ਹੈ ਕਿ ਦਿਸ ਇਜ਼ ਨਾਟ ਅ ਟੈਰਰਿਸਟ। ਇੰਟਰਨਲੀ ਤੁਸੀਂ ਕਹਿ ਰਹੇ ਹੋ ਕਿ ਕੋਈ ਇਸ਼ੂ ਹੈਗਾ ਹੈ? ਹਾਂਜੀ। ਉਹ ਸਿਚੁਏਸ਼ਨ ਸਰ ਕੋਈ ਆਸੇ-ਪਾਸੇ ਜਾਂ ਇਸ ਤਰੀਕੇ ਉਹਨਾਂ ਨੂੰ ਵੀ ਮੋਨੀਟਰ ਕੀਤਾ ਜਾ ਰਿਹਾ? ਐਵਰੀਥਿੰਗ ਇਜ਼ ਨਾਰਮਲ, ਕੋਈ ਦਿੱਕਤ ਵਾਲੀ। ਐਸਐਸਪੀ ਗੁਰਨੀਤ ਖੁਰਾਨਾ ਜਿਨ੍ਹਾਂ ਦਾ ਬਿਆਨ ਸਾਹਮਣੇ ਆਇਆ ਹੈ, ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਸਾਡੇ ਸਹਿਯੋਗੀ ਅਮਨ ਨੇ ਔਰ ਉਸ ਦੇ ਵਿੱਚ ਉਹ ਬਿਲਕੁਲ ਕਲੈਰੀਫਾਈ ਕਰ ਰਹੇ ਨੇ, ਸਾਫ਼ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾ ਪੁਆਇੰਟ ਤਾਂ ਇਹੀ ਹੈ ਕਿ ਕਿਸੇ ਕਿਸਮ ਦਾ ਕੋਈ ਟੈਰਰਿਸਟ ਅਟੈਕ ਨਹੀਂ ਹੈ, ਕੋਈ ਵੀ ਅੱਤਵਾਦੀ ਹਮਲਾ ਨਹੀਂ ਹੈ। ਇਹ ਇੰਟਰਨਲੀ ਜਿਹੜਾ ਹੈ ਫੌਜੀਆਂ ਦਾ ਉਹ ਆਪਸੀ ਦਾ ਮਾਮਲਾ ਹੈ, ਆਪਸ ਦਾ ਮਾਮਲਾ ਹੈ। ਹਾਲਾਂਕਿ ਉਹ ਕਿਸ ਕਿਸਮ ਦੇ ਨਾਲ ਉਹਨਾਂ ਦਾ ਕਲੈਸ਼ ਹੋਇਆ, ਕਿ ਗੁੱਸੇ ਦੇ ਵਿੱਚ, ਕਿ ਕਿਸੇ ਪਹਿਲੀ ਪੁਰਾਣੀ ਰੰਜਿਸ਼ ਨੂੰ ਲੈ ਕੇ ਹੈ, ਇਹ ਅਜੇ ਕੋਈ ਸਾਫ਼ ਨਹੀਂ ਹੈ। ਉਹ ਸਾਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ। ਔਰ ਇਹ ਵੀ ਉਹਨਾਂ ਨੇ ਨਹੀਂ ਸਾਫ਼ ਕੀਤਾ ਹੈ ਕਿ ਕੋਈ ਵੈਪਨ ਮਿਸਿੰਗ ਸੀ ਜਾਂ ਨਹੀਂ ਸੀ, ਜਿਵੇਂ ਜਾਣਕਾਰੀ ਆ ਰਹੀ ਹੈ। ਅਜਿਹਾ ਵੀ ਉਹਨਾਂ ਨੇ ਕੁਝ ਸਾਫ਼ ਨਹੀਂ ਕੀਤਾ, ਪਰ ਇਹ ਉਹਨਾਂ ਨੇ ਜ਼ਰੂਰ ਕਿਹਾ
ਕਿ ਅਸੀਂ ਲਗਾਤਾਰ ਆਰਮੀ ਦੇ ਸੰਪਰਕ 'ਚ ਹਾਂ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਰਾਬਤਾ ਸਾਧਿਆ ਹੋਇਆ ਹੈ। ਹਾਲਾਤ ਬਿਲਕੁਲ ਕੰਟਰੋਲ 'ਚ ਨੇ, ਕਿਸੇ ਕਿਸਮ ਦਾ ਕੋਈ ਵੀ ਇਸ ਵੇਲੇ ਸਥਿਤੀ ਖਰਾਬ ਨਹੀਂ ਹੈ, ਡਾਵਾਡੋਲ ਨਹੀਂ ਹੈ, ਬਿਲਕੁਲ ਅੰਡਰ ਕੰਟਰੋਲ ਹੈ ਸਿਚੁਏਸ਼ਨ। ਔਰ ਇਹ ਵੀ ਉਹਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਸਾਰੀਆਂ ਟੀਮਾਂ ਜਿਹੜੀਆਂ ਨੇ ਮੌਕੇ ਤੇ ਸਾਡੀਆਂ ਪਹੁੰਚੀਆਂ ਹੋਈਆਂ ਨੇ, ਤਾਂ ਹਰ ਐਂਗਲ ਤੋਂ ਜਿਹੜਾ ਹੈ ਉਹ ਖੰਗਾਲਿਆ ਜਾ ਚੁੱਕਿਆ ਹੈ। ਕਿਸੇ ਤਰ੍ਹਾਂ ਦਾ ਕੋਈ ਵੀ ਟੈਰਰਿਸਟ ਅਟੈਕ ਨਹੀਂ ਹੈ। ਮੇਰੇ ਸਹਿਯੋਗੀ ਅਮਨ ਭਾਰਦਵਾਜ ਫੋਨ ਲਾਈਨ ਤੇ ਜੁੜ ਚੁੱਕੇ ਨੇ। ਅਮਨ, ਤੁਹਾਡੀ ਗੱਲਬਾਤ ਸੁਣੀ ਅਸੀਂ, ਐਸਐਸਪੀ ਦੇ ਨਾਲ ਤੁਸੀਂ ਗੱਲਬਾਤ ਕੀਤੀ ਹੈ, ਤਾਂ ਉਹਨਾਂ ਨੇ ਬਿਲਕੁਲ ਕਲੈਰੀਫਾਈ ਕਰ ਦਿੱਤਾ ਹੈ ਕਿ ਕੋਈ ਵੀ ਟੈਰਰਿਸਟ ਅਟੈਕ ਇਸ ਕਿਸਮ ਦਾ ਨਹੀਂ ਹੋਇਆ ਬਠਿੰਡਾ 'ਚ। ਹਾਂ, ਅੰਦਰੂਨੀ ਜਿਹੜਾ ਮਾਮਲਾ ਹੈ ਉਹ ਫੌਜ ਦਾ ਆਪਣਾ ਹੈ, ਤਾਂ ਕੀ ਕੁਝ ਤੁਹਾਡੇ ਕੋਲ ਪੂਰੀ ਜਾਣਕਾਰੀ ਹੈ ਕਿਸ ਕਿਸਮ ਦਾ ਇਹ ਜਿਹੜਾ ਹੈ ਮਾਮਲਾ ਹੈ, ਜਾਂ ਕਹਿ ਲਈਏ ਕਿ ਕਿਉਂ ਫਾਇਰਿੰਗ ਤੱਕ ਨੌਬਤ ਆ ਗਈ ਔਰ 4 ਲੋਕਾਂ ਦੀ ਮੌਤ ਹੋ ਗਈ ਹੈ? ਦੇਖੋ, ਜਦੋਂ ਇਸ ਤਰੀਕੇ ਦੀ ਖਬਰ ਨਿਕਲ ਕੇ ਸਾਹਮਣੇ ਆਵੇ ਕਿ ਇੱਕ ਤਾਂ ਪੰਜਾਬ ਦਾ ਏਰੀਆ ਔਰ ਆਰਮੀ ਨਾਲ ਖਾਸ ਕਰਕੇ ਜੁੜਿਆ ਹੋਇਆ ਇੰਟਰਨੈਟ ਹੋ ਗਿਆ, ਹਰ ਇੱਕ ਦੀ ਕਿਉਰਿਓਸਿਟੀ ਜ਼ਰੂਰ ਹੁੰਦੀ ਹੈ ਔਰ ਨਾਲ ਇਹ ਵੀ ਟੈਨਸ਼ਨ ਹੋ ਜਾਂਦੀ ਹੈ ਕਿ ਕਿਆ ਕੋਈ ਸਿਟੀ ਲਈ, ਸ਼ਹਿਰ ਲਈ, ਪਿੰਡ ਲਈ। ਜੀ ਅਮਨ, ਤੁਹਾਡੀ ਆਵਾਜ਼ ਸਹੀ ਨਹੀਂ ਪਹੁੰਚ ਪਾ ਰਹੀ, ਵਾਪਸ ਹੀ ਕਰਦੇ ਹਾਂ, ਗੱਲਬਾਤ ਕਰਾਂਗੇ। ਮੁੜ ਤੋਂ ਨੈਟਵਰਕ ਇਸ਼ੂ ਆ ਰਿਹਾ ਹੈ। ਤਾਂ ਮਿਲਟਰੀ ਸਟੇਸ਼ਨ 'ਚ ਫਾਇਰਿੰਗ ਹੋਈ ਹੈ, ਬਹੁਤ ਸਾਰੇ, ਜਿਵੇਂ ਅਮਨ ਹੁਣੇ ਜ਼ਿਕਰ ਕਰ ਵੀ ਰਹੇ ਨੇ ਕਿ ਜਿਵੇਂ ਹੀ ਅਜਿਹੀ ਖਬਰ ਆਉਂਦੀ ਹੈ, ਖਾਸ ਤੌਰ ਤੇ ਜਦੋਂ ਆਰਮੀ ਦੇ ਨਾਲ ਜੁੜੀ ਹੋਈ ਹੋਵੇ, ਜਦੋਂ ਫਾਇਰਿੰਗ ਦੇ ਨਾਲ ਜੁੜੀ ਹੋਈ ਹੋਵੇ, ਜਦੋਂ ਇਹ ਪਤਾ ਲੱਗ ਜਾਵੇ ਕਿ 4 ਜਣਿਆਂ ਦੀ ਮੌਤ ਹੋ ਗਈ ਹੈ, ਤਾਂ ਫਿਰ ਮਸਲਾ ਵੱਡਾ ਹੈ, ਤਾਂ ਫਿਰ ਕਿਤੇ ਨਾ ਕਿਤੇ ਸਮੱਸਿਆ ਵੱਡੀ ਹੋ ਜਾਂਦੀ ਹੈ ਔਰ ਫਿਰ ਉਸ ਤੋਂ ਬਾਅਦ ਬਹੁਤ ਸਾਰੇ ਖਦਸ਼ੇ ਵੀ ਹੁੰਦੇ ਨੇ। ਅਮਨ, ਜੇਕਰ ਮੇਰੀ ਆਵਾਜ਼ ਆ ਪਾ ਰਹੀ ਹੈ ਤਾਂ ਗੱਲ ਕਰ ਸਕਦੇ ਹੋ। ਜੀ ਜੀ ਗੁਰਜੋਤ, ਦੇਖੋ, ਪੰਜਾਬ ਲਈ ਜਦੋਂ ਇਸ ਤਰੀਕੇ ਦੀ ਕੋਈ ਖਬਰ ਆਏ ਤਾਂ ਇੱਕ ਟੈਨਸ਼ਨ ਜ਼ਰੂਰ ਵੱਧ ਜਾਂਦੀ ਹੈ। ਅਧਿਕਾਰੀ ਹੋਣ, ਸਰਕਾਰ ਦੇ ਨੁਮਾਇੰਦੇ ਹੋਣ, ਉਹ ਵੀ ਇਸ ਕੰਮ ਤੇ ਜੁੜ ਜਾਂਦੇ ਨੇ ਕਿ ਇਹ ਮਸਲਾ ਹੈ ਕੀ। ਤਾਂ ਐਸਐਸਪੀ ਨੇ ਉਸ ਨੂੰ ਜ਼ਰੂਰ ਕਲੈਰੀਫਾਈ ਕੀਤਾ ਹੈ, ਜੋ ਉਹਨਾਂ ਵੱਲੋਂ ਗੱਲਬਾਤ ਕੀਤੀ ਗਈ ਕਿ ਇਹ ਇੱਕ ਤਾਂ ਟੈਰਰ ਅਟੈਕ ਨਹੀਂ ਹੈ, ਇਸ ਨੂੰ ਇਸ ਤਰੀਕੇ ਦੇ ਨਾਲ ਲੋਕੀ ਨਾ ਸਮਝਣ ਜਾਂ ਕੋਈ ਗਲਤ ਜਾਣਕਾਰੀ ਨਾ ਜਾਏ ਕਿ ਕੋਈ ਬਾਹਰ ਤੋਂ ਹਮਲਾ ਹੋ ਗਿਆ, ਕੋਈ ਟੈਰਰਿਸਟ ਅਟੈਕ ਹੋ ਗਿਆ। ਤਾਂ ਉਹਨਾਂ ਨੇ ਕਲੈਰੀਫਾਈ ਕੀਤਾ ਹੈ ਕਿ ਜਿੰਨੀ ਪੁਲਿਸ ਕੋਲ ਜਾਣਕਾਰੀ ਹੈ ਜਾਂ ਉਹਨਾਂ ਨੇ ਇਸ ਨੂੰ ਸਿਚੁਏਸ਼ਨ ਮੋਨੀਟਰ ਕੀਤੀ ਹੈ ਫੈਕਟਸ ਦੇ ਆਧਾਰ ਤੇ, ਤਾਂ ਕੋਈ ਟੈਰਰ ਅਟੈਕ ਨਹੀਂ ਹੈ। ਆਰਮੀ ਦਾ ਅੰਦਰੂਨੀ ਉਹਨਾਂ ਨੇ ਕਿਹਾ ਇਸ਼ੂ ਹੈਗਾ ਔਰ ਕਿਆ ਇਸ਼ੂ ਹੈ ਔਰ ਕਿੰਨਾ ਇਸ ਦੇ ਨਾਲ ਨੁਕਸਾਨ ਹੋਇਆ ਹੈ, ਬਾਹਰ ਇਸ ਦਾ ਇੰਪੈਕਟ ਕੀ ਹੈ, ਉਸ ਮੁਤਲਕ ਜਾਂਚ ਕੀਤੀ ਜਾ ਰਹੀ ਹੈ। ਔਰ ਇਹ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਜਾਂਚ ਟੀਮਸ, ਜਿਹੜੀ ਇਨਵੈਸਟੀਗੇਸ਼ਨ ਲਈ ਟੀਮਸ ਹੈ, ਉਹਨਾਂ ਨੂੰ ਉੱਥੇ ਘੱਲਿਆ ਗਿਆ ਹੈ ਔਰ 15 ਮਿੰਟ ਪਹਿਲਾਂ, ਯਾਨੀ ਕਿ ਹੁਣ ਤੋਂ 25 ਮਿੰਟ ਤਕਰੀਬਨ ਤੁਸੀਂ ਮੰਨ ਕੇ ਚੱਲੋ ਕਿ ਉਹਨਾਂ ਦੀ ਟੀਮਸ ਅੰਦਰ ਗਈਆਂ ਹੈ। ਉਹ ਆਰਮੀ ਦੇ ਨਾਲ ਡਾਇਰੈਕਟ ਇਨ ਟੱਚ ਨੇ ਔਰ ਮਿੰਟ ਟੂ ਮਿੰਟ ਦੀ ਅਪਡੇਟ ਜਿਹੜੀ ਹੈ ਉਹ ਆਰਮੀ ਤੋਂ ਲਿੱਤੀ ਜਾ ਰਹੀ ਹੈ। 2 ਵੈਪਨਸ ਜੋ ਸੋਰਸਿਸ ਜਾਣਕਾਰੀ ਦੇ ਰਹੇ ਨੇ, 2 ਵੈਪਨਸ ਮਿਸਿੰਗ ਨੇ। ਉਸ ਤੋਂ ਪਹਿਲਾਂ ਜਿਹੜੇ 4 ਜੋ ਸ਼ਿਕਾਰ ਹੋਏ ਨੇ ਇਸ ਹਮਲੇ ਦਾ, ਉਹਨਾਂ ਦੀ ਖਬਰ ਨਾਲ ਦੀ ਨਾਲ ਸਾਹਮਣੇ ਹੈ। ਤਾਂ ਉਨ ਸਾਰੀ ਚੀਜ਼ਾਂ ਨੂੰ ਕਿਉਂਕਿ ਸੀਲ ਕੀਤਾ ਗਿਆ ਅੰਦਰ ਤੋਂ ਔਰ ਦੇ ਆਧਾਰ ਤੇ ਅੰਦਰ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਵੱਖ-ਵੱਖ ਟੀਮਾਂ, ਵੱਖ-ਵੱਖ ਅਗਵਾਈ ਕਰਨ ਵਾਲੇ, ਚਾਹੇ ਉਹ ਆਰਮੀ ਦੀ ਗੱਲ ਕੀਤੀ ਜਾਏ ਉਸ ਏਰੀਆ ਦੀ, ਚਾਹੇ ਪੁਲਿਸ ਅਧਿਕਾਰੀ ਨੇ, ਤਾਂ ਇਸ ਮੁਤਲਕ ਉਹ ਜੁੜ ਚੁੱਕੇ ਨੇ ਔਰ ਉਹਨਾਂ ਦਾ ਫੋਕਸ ਉੱਥੇ ਇਹੀ ਹੈ ਕਿ ਇੱਕ ਤਾਂ ਪੈਨਿਕ ਕ੍ਰੀਏਟ ਨਾ ਹੋਵੇ ਕੋਈ ਇਸ ਤਰੀਕੇ ਦਾ, ਔਰ ਨਾਲ ਹੀ ਇਸ ਨੂੰ ਉਹਨਾਂ ਨੇ ਕਲੈਰੀਫਾਈ ਵੀ ਕੀਤਾ ਕਿ ਇਹ ਟੈਰਰ ਅਟੈਕ ਨਹੀਂ ਹੈ, ਅੰਦਰੂਨੀ ਮਸਲਾ ਹੈ ਜਿਸ ਨੂੰ ਇਨਵੈਸਟੀਗੇਟ ਕਰਕੇ ਜਲਦ ਜਿਹੜਾ ਹੈ ਉਹ ਸਾਹਮਣੇ ਰੱਖਿਆ ਜਾਏਗਾ। ਅਹਿਮ ਤਾਂ ਵੀ ਹੋ ਜਾਂਦਾ ਨਾ ਅਮਨ, ਕਿਉਂਕਿ ਇਹ ਬਠਿੰਡਾ ਕੈਂਟ ਜੋ ਏਸ਼ੀਆ ਦੀ ਸਭ ਤੋਂ ਵੱਡੀ ਸੈਨਿਕ ਛਾਉਣੀ ਹੈ, ਇਹ ਜਿਹੜੀ ਆਰਮੀ ਸਟੇਸ਼ਨ ਹੈ, ਸਭ ਤੋਂ ਵੱਡਾ ਮਸਲਾ ਇਹ, ਔਰ ਇਹ ਵੀ ਹੈ ਕਿ ਬਾਉਂਡਰੀ ਜਿਹੜੀ ਹੈ ਇਸ ਦੀ ਕਰੀਬ 45 ਕਿਲੋਮੀਟਰ ਦੀ ਦੱਸੀ ਜਾ ਰਹੀ ਹੈ। ਤਾਂ ਸਵਾਲ ਇਸੇ ਕਰਕੇ ਵੀ ਬਹੁਤ ਵੱਡੇ ਖੜੇ ਹੋ ਗਏ, ਜਾਂ ਫਿਰ ਇਸ ਕਰਕੇ ਵੀ ਸ਼ਾਇਦ ਚਿੰਤਾ ਦੁੱਗਣੀ ਤੋਂ ਚੌਗਣੀ ਹੋ ਗਈ ਜਿਸ ਵੇਲੇ ਇਹ ਖਬਰ ਆਉਂਦੀ ਹੈ ਕਿ ਇਸ ਕਿਸਮ ਦੇ ਨਾਲ ਗੋਲੀਆਂ ਚੱਲੀਆਂ ਨੇ, ਔਰ ਜਦੋਂ ਇਹ ਖਬਰ ਆ ਜਾਵੇ ਕਿ ਗੇਟ ਦੇ ਬਾਹਰੋਂ ਚੱਲੀਆਂ ਨੇ। ਤੁਹਾਡੇ ਕੋਲ ਕੀ ਜਾਣਕਾਰੀ ਹੈ, ਕਿਵੇਂ ਇਹ ਅਟੈਕ ਹੋਇਆ ਹੈ, ਜਾਂ ਕੌਣ ਜਿਹੜੇ ਨੇ ਜਿਨ੍ਹਾਂ ਦੀ ਮੌਤ ਹੋਈ ਹੈ, ਕੌਣ ਨੇ ਉਹ ਜਵਾਨ ਨੇ, ਕੌਣ ਨੇ? ਦੇਖੋ, ਇਸ ਬਾਰੇ ਜ਼ਿਆਦਾ ਆਰਮੀ ਵੱਲੋਂ ਹਲੇ ਡਿਸਕਲੋਜ਼ ਨਹੀਂ ਕੀਤਾ ਗਿਆ ਹੈ। ਜੋ ਪ੍ਰੈਸ ਰਿਲੀਜ਼ ਆਰਮੀ ਨੇ ਜਾਰੀ ਕੀਤਾ ਉਸ 'ਚ ਇੰਨਾ ਹੀ ਲਿਖਿਆ ਸੀ ਕਿ 4 ਕੈਜੂਅਲਟੀਜ਼ ਹੋਈਆਂ ਔਰ ਜੋ ਉਸ ਤੋਂ ਬਾਅਦ ਐਸਐਸਪੀ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਇਹ ਅੱਗੇ ਫਰਦਰ ਡਿਵੈਲਪ ਕੀਤਾ, ਕਲੈਰੀਫਾਈ ਕੀਤਾ ਇਸ ਨੂੰ ਕਿ ਇਹ ਕੋਈ ਟੈਰਰ ਅਟੈਕ ਨਹੀਂ ਹੈ, ਯਾਨੀ ਕਿ ਆਤੰਕਵਾਦੀ ਹਮਲਾ ਨਹੀਂ ਹੈ, ਕਿਉਂਕਿ ਖਦਸ਼ਾ ਉਸ ਦਾ ਜ਼ਿਆਦਾ ਹੁੰਦਾ ਹੈ ਔਰ ਉਸ ਨੂੰ ਕਿਤੇ ਨਾ ਕਿਤੇ ਗੰਭੀਰਤਾ ਨਾਲ ਜਿਹੜਾ ਹੈ ਉਹ ਸਟੇਟ ਲਈ ਲੈਣਾ ਜ਼ਰੂਰੀ ਹੋ ਜਾਂਦਾ ਹੈ। ਲੇਕਿਨ ਇਹ ਵੀ ਆਪਣੇ ਆਪ 'ਚ ਅਹਿਮ ਹੈ ਕਿ ਜੋ ਅੰਦਰ ਅਟੈਕ ਜੇ ਹੋਇਆ ਹੈ ਤਾਂ ਕਿਨ ਵੱਲੋਂ ਕੀਤਾ ਗਿਆ, ਕਿਸ ਮਨਸੂਬੇ ਨਾਲ ਕੀਤਾ ਗਿਆ, ਇੰਟੈਂਸ਼ਨ ਕੀ ਹੈ, ਕਾਰਨ ਕੀ ਹੈ ਔਰ
ਦੀ ਕੈਜੁਅਲਟੀ ਹੋਈ ਹੈ ਤਾਂ ਉਹ ਕਿਉਂ ਸ਼ਿਕਾਰ ਹੋਏ, ਕਿੰਨੀ ਏਜ ਹੈ, ਫੈਮਿਲੀ ਕੀ ਹੈ ਔਰ ਕਿਹੜੀ ਸਟੇਟ ਨਾਲ ਤਾਲੁਕਾਤ ਰੱਖਦੇ ਨੇ, ਤਾਂ ਇਹ ਸਾਰੀ ਚੀਜ਼ਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ। ਔਰ ਇਸ ਤੇ ਐਸਐਸਪੀ ਦਾ ਕਹਿਣਾ ਹੈ ਸੀ ਕਿ ਇਨੀਸ਼ੀਅਲ ਸਟੇਜ ਹੈ, ਇਨਵੈਸਟੀਗੇਟ ਕੀਤਾ ਜਾ ਰਿਹਾ ਔਰ ਜਲਦ ਇਸ ਬਾਰੇ ਜਾਣਕਾਰੀ ਸਾਂਝਾ ਕੀਤੀ ਜਾਏਗੀ। ਠੀਕ ਹੈ ਅਮਨ, ਧੰਨਵਾਦ ਹੈ तमाम ਜਾਣਕਾਰੀ ਲਈ। ਤਾਂ ਮੇਰੇ ਸਹਿਯੋਗੀ ਪੰਕਜ ਕਪਾਹੀ ਵੀ ਫੋਨ ਲਾਈਨ ਤੇ ਜੁੜ ਚੁੱਕੇ ਨੇ। ਪੰਕਜ, ਤੁਹਾਡੇ ਕੋਲ ਕੀ ਕੁਝ ਜਾਣਕਾਰੀ? ਆਰਮੀ ਸਟੇਸ਼ਨ ਨੂੰ ਫਿਲਹਾਲ ਸੀਲ ਕੀਤਾ ਹੋਇਆ, ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਜੋ ਹੁਣ ਤੱਕ ਖੁਲਾਸਾ ਹੋਇਆ ਕਿ ਆਰਮੀ ਅਟੈਕ ਨਹੀਂ ਹੈ, ਕਿਸੇ ਕਿਸਮ ਦਾ ਕੋਈ ਕਲੈਸ਼ ਹੋਇਆ ਜਾਂ ਇਸ ਕਿਸਮ ਦਾ ਵਿਵਾਦ ਹੋਇਆ ਕਿ ਫਾਇਰਿੰਗ ਤੱਕ ਨੌਬਤ ਆ ਗਈ। ਬਿਲਕੁਲ ਗੁਰਜੋਤ, ਕਿਉਂਕਿ ਜੋ ਐਸਐਸਪੀ ਦੇ ਨਾਲ ਗੱਲਬਾਤ ਨਿਊਜ਼ 18 ਦੀ ਹੋਈ, ਉਹਨਾਂ ਨੇ ਇਸ ਬਾਬਤ ਕਿਹਾ ਕਿ ਕਿਸੇ ਵੀ ਤਰੀਕੇ ਨਾਲ ਕੋਈ ਟੈਰਰਿਸਟ ਐਂਗਲ ਦੇ ਤੌਰ ਤੇ ਨਹੀਂ ਦੇਖਿਆ ਜਾ ਰਿਹਾ। ਔਰ ਦੂਜੇ ਪਾਸੇ ਇਹ ਵੀ ਬਠਿੰਡਾ ਐਸਐਸਪੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਪੁਲਿਸ ਨੂੰ, ਬਠਿੰਡਾ ਪੁਲਿਸ ਨੂੰ ਤਕਰੀਬਨ 15 ਤੋਂ 20 ਮਿੰਟ ਪਹਿਲਾਂ ਅੰਦਰ ਜਾਣ ਦੀ ਇਜਾਜ਼ਤ ਜਿਹੜੀ ਉਹ ਆਰਮੀ ਵੱਲੋਂ ਦਿੱਤੀ ਗਈ ਹੈ। ਅੱਜ ਸਵੇਰੇ ਇਹ ਘਟਨਾ ਦੇ ਬਾਰੇ ਬਠਿੰਡਾ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਔਰ ਉਸ ਤੋਂ ਬਾਅਦ ਆਰਮੀ ਦੇ ਸੰਪਰਕ ਦੇ ਵਿੱਚ ਆਏ। ਆਰਮੀ, ਕਿਉਂਕਿ ਇਹ ਸਾਰਾ ਆਰਮੀ ਏਰੀਆ ਹੈ, ਆਰਮੀ ਦੇ ਕੰਟਰੋਲ ਦੇ ਵਿੱਚ ਹੁੰਦਾ ਹੈ, ਤਾਂ ਉਸ ਆਰਮੀ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਉਸ ਵੇਲੇ ਕਲੈਰੀਫਿਕੇਸ਼ਨ ਆਈ ਕਿ ਕੋਈ ਟੈਰਰਿਸਟ ਅਟੈਕ ਨਹੀਂ ਹੈ ਔਰ ਕਿਸ ਦੇ ਵੱਲੋਂ ਗੋਲੀ ਚਲਾਈ ਗਈ ਹੈ ਔਰ ਇਸ ਦੇ ਪਿੱਛੇ ਵਜ੍ਹਾ ਕੀ ਸੀ ਔਰ ਕੀ ਉਹ ਸ਼ਖਸ ਡਿਪਰੈਸ਼ਨ ਦਾ ਸ਼ਿਕਾਰ ਸੀ ਜਾਂ ਉਹ ਸ਼ਖਸ ਕੌਣ ਸੀ, ਇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਸ ਬਾਬਤ ਜਿਹੜਾ ਵਾ ਉਹ ਕਲੀਅਰ ਬਠਿੰਡਾ ਦੇ ਐਸਐਸਪੀ ਦੇ ਵੱਲੋਂ ਨਹੀਂ ਕੀਤਾ ਗਿਆ। ਲੇਕਿਨ ਫਿਲਹਾਲ ਜਿਹੜੀ ਫਸਟ ਇਨਪੁਟ ਸਾਹਮਣੇ ਆਈ ਹੈ, ਕਿਸੇ ਵੀ ਤਰੀਕੇ ਨਾਲ ਟੈਰਰਿਸਟ ਐਂਗਲ ਨਹੀਂ ਹੈ। ਇਹ ਬਠਿੰਡਾ ਐਸਐਸਪੀ ਵੱਲੋਂ ਕਲੀਅਰ ਕੀਤਾ ਗਿਆ ਨਿਊਜ਼ 18 ਤੇ ਗੁਲਨੀਤ ਖੁਰਾਨਾ ਹੋਰਾਂ ਦੇ ਵੱਲੋਂ। ਔਰ ਇਸ ਦੇ ਨਾਲ ਇਸ ਵੇਲੇ ਹੁਣ ਆਰਮੀ ਦੇ ਨਾਲ ਕੋਆਰਡੀਨੇਸ਼ਨ ਕੀਤਾ ਜਾ ਰਿਹਾ, ਆਰਮੀ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਔਰ ਅੰਦਰ ਜਾ ਕੇ ਹੁਣ ਇਸ ਬਾਬਤ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਗੋਲੀ ਚਲਾਉਣ ਦੀ ਵਜ੍ਹਾ ਕੀ ਸੀ, ਕਿਉਂ ਇਸ ਤਰੀਕੇ ਨਾਲ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਔਰ ਇਸ ਦੇ ਨਾਲ ਉਹ ਸ਼ਖਸ ਕੌਣ ਸੀਗਾ ਔਰ ਕੀ ਵਜ੍ਹਾ ਸੀ, ਕਿ ਇਸ ਦੀ ਇਨਵੈਸਟੀਗੇਸ਼ਨ ਇਸ ਵੇਲੇ ਜਿਹੜੀ ਹੈ ਉਹ ਚੱਲ ਰਹੀ ਹੈ। ਥੋੜੀ ਦੇਰ ਬਾਅਦ ਐਸਐਸਪੀ ਦੇ ਨਾਲ ਹੋਰ ਡਿਟੇਲ ਜਿਹੜੀ ਹੈ ਉਹ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਬਿਲਕੁਲ ਪੰਕਜ, ਸਿਕਿਉਰਿਟੀ ਦੇ ਪੱਖੋਂ ਬੇहद ਅਹਿਮ ਹੋ ਜਾਂਦਾ ਹੈ ਜਦੋਂ ਆਰਮੀ ਦਾ ਮਸਲਾ ਹੋਵੇ, ਕਿਉਂਕਿ 4:30 ਵਜੇ ਦੀ ਕਰੀਬ ਘਟਨਾ ਦੱਸੀ ਜਾ ਰਹੀ ਹੈ ਔਰ ਜਦੋਂ ਬਾਹਰ ਖਬਰ ਆਉਂਦੀ ਹੈ, ਜਨਤਕ ਹੁੰਦੀ ਹੈ, ਕਹਿ ਲਈਏ ਪ੍ਰੈਸ ਨੋਟ ਜਦੋਂ ਆਰਮੀ ਨੇ ਦਿੱਤਾ ਉਹ ਬਹੁਤ ਸ਼ਾਰਟਲੀ ਸੀਗਾ, ਬਹੁਤ ਘੱਟ ਸ਼ਬਦਾਂ 'ਚ ਉਹਨਾਂ ਨੇ ਦੱਸਿਆ ਕੀ ਹੋਇਆ। 9:35 ਤੇ ਉਹ ਬਾਹਰ ਆਉਂਦੀ ਹੈ ਖਬਰ। ਤਾਂ ਫਿਰ ਹੁਣ 20 ਮਿੰਟ ਪਹਿਲਾਂ ਤੁਸੀਂ ਦੱਸ ਰਹੇ ਹੋ ਕਿ ਪੁਲਿਸ ਅੰਦਰ ਗਈ ਹੈ, ਬਹੁਤ ਹੀ ਸੰਜੀਦਗੀ ਦੇ ਨਾਲ ਸਾਰਾ ਕੁਝ ਵੇਖਿਆ ਜਾ ਰਿਹਾ ਹੈ ਹਰ ਇੱਕ ਪੱਧਰ ਤੇ, ਕਿਉਂਕਿ ਆਰਮੀ ਦੇ ਨਾਲ ਜੁੜਿਆ ਮਸਲਾ ਹੈ। ਪੰਕਜ, ਨਿਸ਼ਚਿਤ ਤੌਰ ਤੇ ਆਰਮੀ ਦੇ ਨਾਲ ਜੁੜਿਆ ਮਸਲਾ, ਇਸ ਕਰਕੇ ਠੀਕ ਹੈ ਪੰਕਜ, ਮੈਂ ਵਾਪਸੀ ਕਰ ਰਹੀ ਹਾਂ। ਇੱਕ ਰੱਖਿਆ ਮੰਤਰੀ ਦੇ ਵੱਲੋਂ ਡਿਟੇਲ ਮੰਗ ਲਈ ਗਈ ਹੈ। ਰੱਖਿਆ ਮੰਤਰੀ ਨੇ ਘਟਨਾ ਦੀ ਡਿਟੇਲ ਮੰਗੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਿਪੋਰਟ ਮੰਗੀ ਹੈ। ਬਠਿੰਡਾ ਦੇ ਮਿਲਟਰੀ ਸਟੇਸ਼ਨ ਦੇ ਵਿੱਚ ਜੋ ਫਾਇਰਿੰਗ ਹੋਈ ਹੈ, ਫਾਇਰਿੰਗ ਦੇ ਵਿੱਚ 4 ਲੋਕਾਂ ਦੀ ਜਾਨ ਚਲੀ ਗਈ ਹੈ, ਜਿਸ ਦਾ ਲਗਾਤਾਰ ਅਸੀਂ ਜ਼ਿਕਰ ਕਰ ਰਹੇ ਹਾਂ, ਲਗਾਤਾਰ ਪੁਖਤਾ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ, ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਉਸੇ ਦੇ ਸੰਬੰਧ ਵਿੱਚ ਰੱਖਿਆ ਮੰਤਰੀ ਦੇ ਵੱਲੋਂ ਨੋਟਿਸ ਲਿਆ ਗਿਆ ਹੈ ਮਾਮਲੇ ਦਾ। ਸਿੱਧੇ ਤੌਰ ਤੇ ਜੇਕਰ ਜ਼ਿਕਰ ਕੀਤਾ ਜਾਏ, ਰੱਖਿਆ ਮੰਤਰੀ ਦੇ ਵੱਲੋਂ ਇਸ ਘਟਨਾ ਦਾ ਨੋਟਿਸ ਲਿਆ ਗਿਆ, ਘਟਨਾ ਦੀ ਡਿਟੇਲ ਮੰਗ ਲਈ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਿਪੋਰਟ ਮੰਗੀ ਹੈ। ਪੰਕਜ ਦੇ ਕੋਲ ਵਾਪਸੀ ਕਰਦੇ। ਪੰਕਜ, ਜਿਸ ਦਾ ਜ਼ਿਕਰ ਕਰ ਰਹੇ ਸੀ ਆਪਾਂ, ਰੱਖਿਆ ਮੰਤਰੀ ਨੇ ਵੀ ਹੁਣ ਰਿਪੋਰਟ ਮੰਗੀ ਹੈ। ਬਿਲਕੁਲ, ਕਿਉਂਕਿ ਆਰਮੀ ਦੇ ਨਾਲ ਜੁੜਿਆ ਇਹ ਮਸਲਾ ਹੈ, ਕਾਫੀ ਸੰਵੇਦਨਸ਼ੀਲ ਇਹ ਮੁੱਦਾ ਹੈ ਔਰ ਇਸੇ ਵਜ੍ਹਾ ਕਰਕੇ ਇਸੇ ਗੱਲ ਨੂੰ ਸਮਝਦੇ ਹੋਏ ਆਰਮੀ ਦੇ ਕੋਲੋਂ ਜਾਣਕਾਰੀ ਜਿਹੜੀ ਹੈ ਉਹ ਡਿਫੈਂਸ ਮਿਨਿਸਟਰ ਨੇ ਇਸ ਦੀ ਜਾਣਕਾਰੀ ਪੂਰੀ ਡਿਟੇਲ ਮੰਗੀ ਹੈ ਕਿ ਕੀ ਵਜ੍ਹਾ ਸੀ, ਕਿਸ ਤਰੀਕੇ ਨਾਲ ਗੋਲੀ ਚੱਲੀ, ਗੋਲੀ ਚਲਾਉਣ ਵਾਲਾ ਕੌਣ ਸੀਗਾ ਔਰ ਕਿਵੇਂ ਇਹ ਸਾਰੀ ਘਟਨਾ ਵਾਪਰੀ। ਇਸ ਦੀ ਪੂਰੀ ਡਿਟੇਲ ਜਿਹੜੀ ਹੈ ਉਹ ਆਰਮੀ ਦੇ ਕੋਲੋਂ ਰੱਖਿਆ ਮੰਤਰੀ ਨੇ ਮੰਗੀ ਹੈ। ਔਰ ਦੂਜੇ ਪਾਸੇ ਇਸ ਵੇਲੇ ਪੰਜਾਬ ਗਵਰਨਮੈਂਟ ਦੇ ਵੱਲ ਵੀ ਸੀਐਮ ਆਫਿਸ ਵੱਲੋਂ ਵੀ ਜਾਣਕਾਰੀ ਜਿਹੜੀ ਹੈ ਉਹ ਬਠਿੰਡਾ ਪੁਲਿਸ ਤੋਂ ਇਸ ਵੇਲੇ ਮੰਗੀ ਜਾ ਰਹੀ ਹੈ ਕਿ ਕੀ ਪੂਰਾ ਮਾਮਲਾ ਹੈ, ਕਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰਦੀ ਹੈ, ਉਹ ਸ਼ਖਸ ਕੌਣ ਹੈ ਜਿਸਨੇ ਗੋਲੀਆਂ ਚਲਾਈਆਂ ਔਰ 4 ਮੌਤ ਹੋ ਜਾਂਦੀ ਹੈ। ਤਾਂ ਇਹ ਇੱਕ ਕਾਫੀ ਸੰਵੇਦਨਸ਼ੀਲ ਮੁੱਦਾ ਹੈ ਔਰ ਜਿਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਸੀਗਾ ਕਿ ਪੂਰੀ ਡਿਟੇਲ ਕਿਉਂ ਨਹੀਂ ਸਾਹਮਣੇ ਆ ਰਹੀ ਜਾਂ ਇਸ ਦੇ ਬਾਰੇ ਖੁੱਲ ਕੇ ਕਿਉਂ ਨਹੀਂ ਬੋਲਿਆ ਜਾ ਰਿਹਾ, ਕਿਉਂਕਿ ਆਰਮੀ ਦੇ ਨਾਲ ਜੁੜਿਆ ਹੋਇਆ ਮਸਲਾ। ਪੰਜਾਬ ਪੁਲਿਸ ਦੇ ਕੋਲ ਜਿੰਨੀ ਇਨਪੁਟ ਆਈ ਉਹਨਾਂ ਨੇ ਨਿਊਜ਼ 18 ਦੇ ਨਾਲ ਸਾਂਝੀ ਕੀਤੀ ਔਰ ਦੂਜੇ ਪਾਸੇ ਇਸ ਵੇਲੇ ਦਰਸ਼ਕਾਂ ਨੂੰ ਸਭ ਤੋਂ ਵੱਡੀ ਜਾਣਕਾਰੀ ਦੇ ਰਹੇ ਹਾਂ ਕਿ ਡਿਫੈਂਸ ਮਿਨਿਸਟਰ ਨੇ ਹੁਣ ਆਰਮੀ ਤੋਂ ਪੂਰੀ ਡਿਟੇਲ ਜਿਹੜੀ ਮੰਗੀ ਹੈ। ਜਿਹੜੇ ਉੱਥੇ ਟੌਪ ਆਫੀਸਰ ਨੇ ਉਹਨਾਂ ਤੋਂ ਇਹ ਪੂਰੇ ਘਟਨਾਕ੍ਰਮ ਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਮੰਗੀ ਹੈ। पंकज, क्योंकि ये भी जानकारी सामने आ रही है पंजाब पुलिस के सोर्सेज तो, हालांकि ये खबर आ रही है, पुष्टि नहीं की जा सकती इसकी, पर यह कहा जा रहा है कि 2 दिन पहले एक राइफल गायब हुई है।
28 ਗੋਲੀਆਂ ਵੀ ਗਾਇਬ ਹੋਈਆਂ ਨੇ। ਦੇਖੋ ਇਹ ਸਵਾਲ ਬਠਿੰਡਾ ਦੇ ਐਸਐਸਪੀ ਗੁਰਨੀਤ ਖੁਰਾਨਾ ਨੂੰ ਨਿਊਜ਼ 18 ਨੇ ਪੁੱਛਿਆ ਸੀ ਤਾਂ ਉਹਨਾਂ ਨੇ ਇਸ ਬਾਬਤ ਖੁੱਲ ਕੇ ਜਾਣਕਾਰੀ ਨਹੀਂ ਦਿੱਤੀ। ਉਹਨਾਂ ਨੇ ਨਾ ਤਾਂ ਇਸ ਬਾਰੇ ਹਾਮੀ ਭਰੀ ਨਾ ਹੀ ਇਸ ਗੱਲ ਨੂੰ ਮਨਾ ਕੀਤਾ। ਇਸ ਬਾਬਤ ਖੁੱਲ ਕੇ ਬੋਲਦੇ ਹੋਏ ਨਜ਼ਰ ਨਹੀਂ ਆਏ। ਲੇਕਿਨ ਇੱਕ ਗੱਲ ਸਾਫ਼ ਹੈ ਕਿ ਜਿਸ ਤਰੀਕੇ ਨਾਲ ਵਾਪਰੀ ਹੈ ਉਸ ਨੂੰ ਲੈ ਕੇ ਜਿੱਥੇ ਏਰੀਏ ਨੂੰ ਸੀਲ ਕੀਤਾ ਗਿਆ ਹੈ ਉਸ ਦੇ ਨਾਲ ਆਰਮੀ ਦੇ ਨਾਲ ਜਿਹੜੀ ਪੰਜਾਬ ਪੁਲਿਸ ਹੈ ਉਹ ਰਾਬਤਾ ਕਾਇਮ ਕਰਕੇ ਬੈਠੀ ਹੈ ਕਿ ਸ਼ਖਸ ਜਿਸ ਨੇ ਗੋਲੀਆਂ ਚਲਾਈਆਂ ਉਹ ਕੌਣ ਸੀ, ਕਿਸ ਤਰੀਕੇ ਦੇ ਨਾਲ ਗੋਲੀਆਂ ਚੱਲੀਆਂ, ਇਸ ਦੇ ਪਿੱਛੇ ਵਜ੍ਹਾ ਕੀ ਸੀ, ਕੋਈ ਡਿਪਰੈਸ਼ਨ ਵਜ੍ਹਾ ਸੀ, ਕੋਈ ਆਪਸੀ ਜਿਹੜੀ ਝਗੜਾ ਹੋਇਆ ਸੀ ਜਾਂ ਕੀ ਵਜ੍ਹਾ ਸੀ। ਇਹ ਸਾਰੇ ਐਂਗਲ ਤੋਂ ਇਸ ਵੇਲੇ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ। ਔਰ ਇਸ ਵੇਲੇ ਅਹਿਮ ਵੱਡੀ ਖਬਰ ਇਹ ਹੈ ਕਿ ਇਸ ਪੂਰੇ ਮਾਮਲੇ ਦੀ ਸੰਜੀਦਗੀ ਨੂੰ ਦੇਖਦੇ ਹੋਏ ਰੱਖਿਆ ਮੰਤਰੀ ਦੇ ਵੱਲੋਂ ਇਸ ਪੂਰੇ ਘਟਨਾਕ੍ਰਮ ਬਾਰੇ ਰਿਪੋਰਟ ਜਿਹੜੀ ਹੈ ਉਹ ਮੰਗੀ ਗਈ ਹੈ ਆਰਮੀ ਦੇ ਕੋਲੋਂ। ਬਿਲਕੁਲ ਠੀਕ ਹੈ ਪੰਕਜ, तमाम ਜਾਣਕਾਰੀ ਲਈ ਧੰਨਵਾਦ ਹੈ।